ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀਕੇ ਵਿਦ ਆਰਡੀ ਸਰ। ਅੱਜ ਅਸੀਂ ਇੰਡਸ ਸਿਵਲਾਈਜੇਸ਼ਨ ਦਾ ਪਾਰਟ ਸੈਕਿੰਡ ਡਿਸਕਸ ਕਰਾਂਗੇ। ਤੇ ਜੋ ਬੱਚੇ ਇਸ ਚੈਨਲ ਨੂੰ ਪਹਿਲੇ ਹੁਣ ਇਸ ਪਾਰਟ ਨੂੰ ਵੇਖ ਰਹੇ ਨੇ, ਪਲੀਜ਼ ਇਸ ਤੋਂ ਪਹਿਲਾਂ ਮੈਂ ਲੂਸ਼ਨ ਬੁੱਕ ਦੇ 4 ਪਾਰਟ ਏਸ਼ੀਅੰਟ ਹਿਸਟਰੀ ਦੇ ਅਪਲੋਡ ਕੀਤੇ ਨੇ, ਪਲੀਜ਼ ਉਸ ਨੂੰ ਜਾ ਕੇ ਜ਼ਰੂਰ ਵੇਖੋ। ਤੇ ਜੋ ਬੱਚੇ ਇਸ ਟਾਈਮ ਤੇ ਨਵੇਂ ਆਏ ਨੇ ਇਸ ਚੈਨਲ ਦੇ ਉੱਪਰ, ਉਹ ਇਸ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਨ, ਸ਼ੇਅਰ ਕਰਨ, ਸਬਸਕ੍ਰਾਈਬ ਕਰਨ ਫਰਦਰ ਵੀਡੀਓਜ਼ ਵਾਸਤੇ। ਠੀਕ ਹੈ ਜੀ, ਹੁਣ ਅਸੀਂ ਆਪਣਾ ਲੈਕਚਰ ਸਟਾਰਟ ਕਰਦੇ ਹਾਂ। ਆਓ ਜੀ ਡਿਸਕਸ ਕਰੀਏ ਆਪਣੇ ਲੈਕਚਰ ਨੂੰ। ਦੇਖੋ ਜੀ, ਮੈਸੋਪੋਟਾਮੀਆ ਦੀ ਵਰਡ ਯੂਜ਼ ਕੀਤਾ ਸੀ। ਮੈਸੋਪੋਟਾਮੀਆ ਤੁਹਾਨੂੰ ਪਤਾ ਜੀ ਪੂਰੇ ਵਰਲਡ ਦੀਆਂ 4 ਸਭਿਅਤਾਵਾਂ ਹੋਈਆਂ ਨੇ, ਉਹਦੇ ਵਿੱਚ ਮੈਸੋਪੋਟਾਮੀਆ ਇੱਕ ਸਭਿਅਤਾ ਸੀ। ਤੇ ਮੈਸੋਪੋਟਾਮੀਆ ਜਿਹੜੀ ਸਭਿਅਤਾ ਸੀ, ਉਹਦੇ ਜਿਹੜੇ ਅਭਿਲੇਖ ਕੀ ਹੁੰਦਾ ਜੀ, ਇੱਕ ਪੱਥਰ ਹੈ ਉਹਦੇ ਉੱਪਰ ਜੋ ਲਿਖਵਾਇਆ ਗਿਆ ਸੀਗਾ ਉਸ ਨੂੰ ਅਭਿਲੇਖ ਬੋਲਦੇ ਆ। ਉਹਦੇ ਵਿੱਚ ਇੱਕ ਵਰਡ ਸੀਗਾ ਮਲੂਹਾ ਸ਼ਬਦ ਜਿਹੜਾ ਸੀਗਾ ਉਹਦੇ ਤਾਂ ਮਤਲਬ ਹੁੰਦਾ ਸੀਗਾ ਵੀ ਸਿੰਧੂ ਘਾਟੀ ਸਭਿਅਤਾ ਨਾਲ ਇਹਨਾਂ ਦਾ ਵਪਾਰ ਚੱਲਦਾ ਹੁੰਦਾ ਸੀਗਾ। ਸਭ ਤੋਂ ਜ਼ਿਆਦਾ ਅਗਰ ਤੁਹਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਜਾਵੇ ਕਿ ਵਪਾਰ ਕਿਹਦੇ ਤੋਂ ਵੱਧ ਚੱਲਦਾ ਸੀ, ਤਾਂ ਇਹ ਯਾਦ ਰੱਖਣਾ ਤੁਸੀਂ, ਸਿੰਧੂ ਘਾਟੀ ਸਭਿਅਤਾ ਦੇ ਨਾਲ ਸਭ ਤੋਂ ਜ਼ਿਆਦਾ ਵਪਾਰ ਹੁੰਦਾ ਸੀਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਜਿਹੜੀ ਹੜੱਪਾ ਸੰਸਕ੍ਰਿਤੀ ਸੀਗੀ, ਇਹਨੂੰ ਵਰਨਿਕ ਵਰਗੋ ਕੇ ਹੱਥੋਂ ਮੇ ਥਾ। ਇਹ ਲਾਈਨ ਦਾ ਕੋਈ ਮਹੱਤਵ ਨਹੀਂ ਗਾ, ਇਹਨੂੰ ਛੱਡ ਦਿਓ ਇੱਕ ਵਾਰ। ਉਸ ਤੋਂ ਬਾਅਦ ਦੇਖੋ ਜੀ, ਇੱਕ ਲੇਖਕ ਹੋਏ ਨੇ ਅਮਰੀਕਾ ਦੇ ਪਿਗਟ ਨਾਮ ਦੇ ਇੱਕ ਲੇਖਕ ਹੋਏ ਨੇ, ਸਟੂਅਰਟ ਪਿਗਟ। ਉਹਨਾਂ ਨੇ ਕੀ ਕਿਹਾ ਜੀ, ਹੜੱਪਾ ਤੇ ਜਿਹੜੀ ਮੋਹਨਜੋਦਾਰੋ ਦੋ ਜਿਹੜੇ ਸ਼ਹਿਰ ਸੀਗੇ ਇੱਕੋ ਵਰਗੇ ਸੀਗੇ, ਤਾਂ ਕਰਕੇ ਇਹਨੂੰ ਵਿਸਤ੍ਰਿਤ ਜਿਹੜਾ ਪੂਰੀ ਜਿਹੜੀ ਸਿਵਲਾਈਜੇਸ਼ਨ ਦੀ ਉਹਦੀ ਜੁੜਵਾਂ ਰਾਜਧਾਨੀ ਟਵਿੰਸ ਕੈਪੀਟਲ ਦੇ ਨਾਮ ਨਾਲ ਜਾਣਿਆ ਗਿਆ, ਇਸ ਨੂੰ ਕਿਹਾ ਗਿਆ। ਤੇ ਇਸ ਨੂੰ ਤੁਸੀਂ ਯਾਦ ਰੱਖਣਾ, ਟਵਿੰਸ ਕੈਪੀਟਲ ਕਿਹਨੂੰ ਕਿਹਾ ਗਿਆ, ਹੜੱਪਾ ਤੇ ਮੋਹਨਜੋਦਾਰੋ ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਹੜੱਪਾ ਸਭਿਅਤਾ ਦੇ ਜਿਹੜੇ ਲੋਕ ਸੀਗੇ, ਇਹ ਜਿਹੜੀ ਆਪਣੀ ਧਰਤੀ ਸੀ ਉਸ ਨੂੰ ਕੀ ਮੰਨਦੇ ਸੀਗੇ ਜੀ, ਉਰਵਰਤਾ ਦੀ ਦੇਵੀ ਮੰਨਦੇ ਸੀ। ਮਤਲਬ ਜਿਹੜੀ ਤੁਹਾਨੂੰ ਪਤਾ ਫਸਲਾਂ ਦਿੰਦੀ ਹੈ ਧਰਤੀ ਨੂੰ ਪੂਜਿਆ ਕਰਦੇ ਸੀ, ਉਹਨੂੰ ਉਰਵਰਤਾ ਦੀ ਦੇਵੀ ਕਰਕੇ ਪੂਜਾ ਕਰਦੇ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਜਿਹੜਾ ਵ੍ਰਿਕਸ਼ ਹੋਇਆ ਕਰਦਾ ਸੀਗਾ, ਜਿਹੜੇ ਵ੍ਰਿਕਸ਼ ਹੁੰਦੇ ਸੀਗੇ ਉਹਦੀ ਵੀ ਪੂਜਾ ਕੀਤੀ ਜਾਂਦੀ ਸੀ। ਸ਼ਿਵ ਸੀਗੇ, ਉਹਦੀ ਵੀ ਪੂਜਾ ਦਾ ਸਾਨੂੰ ਉੱਥੋਂ ਸਾਕਸ਼ ਮਿਲੇ ਨੇ, ਇਹ ਤੁਸੀਂ ਯਾਦ ਰੱਖਣਾ ਹੜੱਪਾ ਸਭਿਅਤਾ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਵੈਸਤਿਕ ਚਿੰਨ੍ਹ ਸੰਬੰਧ ਹੜੱਪਾ ਸਭਿਅਤਾ ਕੀ ਦੇਣਾ ਹੈ। ਠੀਕ ਹੈ ਜੀ। ਇੱਥੇ ਇਹਦੇ ਵਿੱਚ ਕੀ ਹੈ ਜੀ, ਇਹ ਕੀ ਕਰਦੇ ਸੀ, ਸੂਰਿਆ ਜਲ, ਜਿਵੇਂ ਕਹਿੰਦੇ ਨਾ ਸੂਰਿਆ ਜਲ ਆਪਾਂ ਚੜਾਉਣੇ ਆ, ਇਸੇ ਤਰੀਕੇ ਨਾਲ ਇਹਦੇ ਕੁਝ ਚਿੰਨ੍ਹ ਹੈਗੇ ਸੀ। ਉਹ ਹੜੱਪਾ ਸਭਿਅਤਾ ਦੀ ਵਿੱਚ ਇਹਨਾਂ ਦੀ ਇੱਕ ਦੇਣ ਹੈ, ਜਿਹੜਾ ਸੂਰਿਆ ਦੇ ਵੱਲ ਪਾਣੀ ਚੜਾਉਣਾ ਹੁੰਦਾ ਸੀਗਾ, ਉਹ ਇਸੇ ਹੜੱਪਾ ਸਭਿਅਤਾ ਦੇ ਵਿੱਚ ਆਉਂਦਾ ਸੀਗਾ। ਤੇ ਉਸ ਤੋਂ ਬਾਅਦ ਦੇਖੋ ਜੀ, ਇਹਦੇ ਵਿੱਚ ਕੋਈ ਮੰਦਿਰ ਦੇ ਸਾਨੂੰ ਕੋਈ ਸਾਕਸ਼ ਨਹੀਂ ਮਿਲੇ ਨੇ, ਕਿ ਮੰਦਿਰਾਂ ਦੇ ਬਾਰੇ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਕਿ ਹੜੱਪਾ ਸਭਿਅਤਾ ਵਿੱਚ ਮੰਦਿਰ ਵੀ ਹੋਇਆ ਕਰਦੇ ਸੀਗੇ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ, ਜਿਹੜੀ ਸਿੰਧੂ ਘਾਟੀ ਸਭਿਅਤਾ ਸੀ, ਇਹ ਮਾਤਰ ਦੇਵੀ ਦੀ ਉਪਾਸਨਾ ਦੇ ਵੀ, ਦੇਖੋ ਜੀ ਇਹਦੇ 'ਚ ਕੀ ਹੁੰਦਾ ਸੀ, ਮਾਤਰ ਪ੍ਰਧਾਨ, ਜਿਵੇਂ ਜਿਹੜੀ ਮਦਰ ਹੁੰਦੀ ਹੈ ਉਸ ਨੂੰ ਇੱਕ ਘਰ ਦੀ ਮੁਖੀ ਮੰਨਿਆ ਜਾਂਦਾ ਸੀਗਾ, ਤਾਂ ਉਸ ਅਕੋਰਡਿੰਗ ਇਹਦੇ ਸਾਕਸ਼ ਆਪਾਂ ਨੂੰ ਮਿਲਦੇ ਨੇ। ਆਪਾਂ ਗੱਲ ਕਰੀਏ ਜੀ, ਪਸ਼ੂਆਂ ਦੇ ਵਿੱਚ ਕੁੱਬੜ ਵਾਲਾ ਇੱਕ ਕਿਸਾਨ ਜਿਹੜਾ ਹੁੰਦਾ ਸੀ, ਉਹਦੇ ਬਾਰੇ ਬਹੁਤ ਜ਼ਿਆਦਾ ਇਹਦੇ ਬਾਰੇ ਤੁਹਾਨੂੰ ਜਿਹੜੇ ਕੋਇਨਸ ਨੇ, ਜਿਹੜੇ ਸਿੱਕੇ ਮਿਲੇ ਨੇ ਸਾਨੂੰ ਹੜੱਪਾ ਸਭਿਅਤਾ ਦੇ ਵਿੱਚ, ਉਹਦੀ ਕਾਫੀ ਪੂਜਾ ਕੀਤੀ ਜਾਂਦੀ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ ਵੀ ਕੁੱਬੜ ਵਾਲਾ ਸਾਨ। ਠੀਕ ਹੈ। ਉਸ ਤੋਂ ਬਾਅਦ ਇਸਤਰੀ ਦੀ ਜਿਹੜੀ ਮੂਰਤੀਆਂ ਮਿਲੀਆਂ ਨੇ, ਇਹ ਮੈਂ ਤੁਹਾਨੂੰ ਪੁਆਇੰਟ ਸਮਝਾ ਹੀ ਦਿੱਤਾ ਕਿ ਮਾਤਰ ਸਤਨਾਤਮਕ, ਜਿਵੇਂ ਮਾਤਾ ਦੇ ਬੇਸ 'ਤੇ ਉੱਪਰ ਜਿਹੜਾ ਸਿਸਟਮ ਚੱਲਿਆ ਕਰਦਾ ਸੀ, ਉਹਨੂੰ ਇੱਕ ਘਰ ਦੀ ਮੁਖੀ ਮੰਨਿਆ ਜਾਂਦਾ ਸੀ। ਤੇ ਉਸ ਤੋਂ ਬਾਅਦ ਦੇਖੋ ਜੀ, ਸੈਂਧਵ ਜਿਹੜੇ ਇਹ ਲੋਕੀ ਸੀ, ਇਹਨਾਂ ਨੂੰ ਸੈਂਧਵਵਾਸੀ ਬੋਲਿਆ ਜਾਂਦਾ ਸੀ। ਭੂਮੱਧ ਸਾਗਰੀਆ ਦੀ ਇਹਨਾਂ ਦੀ ਰੇਸ ਸੀਗੀ। ਤੇ ਇਹ ਲੋਕ ਕੀ ਕਰਦੇ ਸੀਗੇ, ਸੂਤੀ ਤੇ ਉੱਨੀ ਕੱਪੜੇ ਦੋਨੇ ਗਰਮੀ ਤੇ ਸਰਦੀਆਂ ਦੇ ਵਿੱਚ ਯੂਜ਼ ਕਰਦੇ ਹੁੰਦੇ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਕਪਾਸ ਦੀ ਬੀਜਣ ਦਾ ਵੀ ਪਤਾ ਸੀਗਾ, ਕਪਾਸ ਬਾਰੇ ਇਹਨਾਂ ਨੂੰ ਪਤਾ ਸੀਗਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਜਿਹੜੇ ਮਨੋਰੰਜਨ ਵਾਸਤੇ ਇਹ ਕੀ ਯੂਜ਼ ਕਰਦੇ ਸੀ, ਮਛਲੀ ਪਕੜਨਾ, ਸ਼ਿਕਾਰ ਕਰਨਾ, ਪਸ਼ੂ ਦੇ ਆਪਸ ਵਿੱਚ ਖੇਡਣਾ, ਚੌਪੜ, ਪਾਸਾ ਖੇਡਣਾ, ਇਹ ਸਾਰੇ ਇਹਨਾਂ ਦੇ ਮਨੋਰੰਜਨ ਦੇ ਸਾਧਨ ਸੀਗੇ। ਜਿਵੇਂ ਅੱਜ ਕੱਲ੍ਹ ਸਾਡੇ ਟਿਕਟੋਕ ਵਗੈਰਾ ਦੇ ਗੇਮਾਂ ਅਸੀਂ ਖੇਡਦੇ ਹਾਂ, ਇਹ ਉਹਨਾਂ ਦੀ ਗੇਮਾਂ ਨਹੀਂ ਹੋਇਆ ਕਰਦੀਆਂ ਸੀ ਉਸ ਟਾਈਮ ਪਰ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਸਿੰਧੂ ਘਾਟੀ ਸਭਿਅਤਾ ਦੇ ਜਿਹੜੇ ਲੋਕ ਨੇ, ਇਹ ਕਾਲੇ ਰੰਗ ਦੇ ਤੇ ਰੈੱਡ ਕਲਰ ਦੇ 2 ਤਰ੍ਹਾਂ ਦੇ ਬਰਤਨ ਬਣਾਉਂਦੇ ਸੀ। ਜਿਹੜੇ ਰੈੱਡ ਕਲਰ ਦੇ ਬਰਤਨ ਹੁੰਦੇ ਸੀ, ਇਹ ਤੁਹਾਨੂੰ ਪਤਾ ਜੀ ਇੱਕ ਪੂਰਬੀ ਟਿੱਲਾ ਹੋਇਆ ਕਰਦਾ ਸੀ। ਅਗਰ ਤੁਸੀਂ ਬਹੁਤ ਡਿਟੇਲ ਦੇ ਵਿੱਚ ਇਹਨੂੰ ਹੜੱਪਾ ਨੂੰ ਪੜ੍ਹਿਆ ਹੋਏਗਾ ਤਾਂ 2 ਟਿੱਲੇ ਬੰਦੇ ਸੀ ਹਰੇਕ ਸਾਈਡ ਦੇ ਵਿੱਚ। ਇੱਕ ਹੋਇਆ ਕਰਦਾ ਸੀ ਪੂਰਬੀ ਟਿੱਲਾ, ਇੱਕ ਹੁੰਦਾ ਸੀ ਪੱਛਮੀ ਟਿੱਲਾ। ਜਿਹੜਾ ਪੂਰਬੀ ਟਿੱਲਾ ਹੋਇਆ ਕਰਦਾ ਸੀ, ਉਹ ਕੀ ਹੋਇਆ ਕਰਦਾ, ਪੱਛਮੀ ਟਿੱਲਾ ਜਿਹੜਾ ਹੋਇਆ ਕਰਦਾ ਸੀਗਾ, ਇਹ ਉੱਚੀ ਸੁਸਾਇਟੀ ਦੇ ਲੋਕ ਇੱਥੇ ਰਹਿੰਦੇ ਸੀਗੇ। ਤੇ ਜਿਹੜੀ ਪੂਰਬੀ ਟਿੱਲਾ ਸੀ, ਇਹਦੇ 'ਤੇ ਛੋਟੀ ਜਾਤੀ ਦੇ ਮਤਲਬ ਲੋਕ ਰਹਿੰਦੇ ਸੀਗੇ। ਤੇ ਯਾਦ ਰੱਖਣਾ ਜੀ, ਜਿਹੜਾ ਇਹ ਕਹਿੰਦੇ ਜੀ ਜਿਹੜੇ ਰੈੱਡ ਕਲਰ ਦੇ ਬਰਤਨ ਸੀਗੇ ਨਾ, ਇਹਨੂੰ ਪੱਛਮੀ ਜਿਹੜਾ ਟਿੱਲਾ ਸੀ, ਇਹ ਵਾਲੇ ਲੋਕ ਯੂਜ਼ ਕਰਦੇ ਸੀ। ਤੇ ਕਾਲੀ ਮਿੱਟੀ ਦੇ ਜਿਹੜੇ ਕਾਮਨ ਮੈਨ ਸਭੀ ਯੂਜ਼ ਕਰ ਰਹੇ ਨੇ। ਠੀਕ ਹੈ ਜੀ। ਇਹ ਬਰਤਨ ਮਿਲੇ ਨੇ ਇੱਥੇ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਦੇਖੋ ਜੀ, ਆਇਰਨ ਦੀ ਖੋਜ ਨਹੀਂ ਹੋਈ ਸੀ। ਤੇ ਯਾਦ ਰੱਖਣਾ ਕਿ ਆਇਰਨ ਤੋਂ ਹੀ ਤਲਵਾਰਾਂ ਵਗੈਰਾ ਤੇ ਹਥਿਆਰ ਬੰਦੇ ਹੁੰਦੇ ਸੀ, ਆਇਰਨ ਦੀ ਖੋਜ ਨਹੀਂ ਹੋਈ ਸੀ। ਤੇ ਇਹਨਾਂ ਨੂੰ ਤਲਵਾਰ ਚਲਾਉਣ ਦਾ ਕੋਈ
ਪ੍ਰਚਲਨ ਹੈ ਹੀ ਨਹੀਂ ਸੀਗਾ, ਇਹਨਾਂ ਨੂੰ ਕੋਈ ਪਤਾ ਨਹੀਂ ਸੀਗਾ ਤਲਵਾਰ ਦਾ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇਹ ਸਾਰਾ ਪੁਆਇੰਟ ਇਸ ਪੇਜ ਦਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਪਾਂ ਜ਼ਿਕਰ ਕਰਦੇ ਹਾਂ ਨੈਕਸਟ। ਦੇਖੋ ਜੀ, ਇਹਨਾਂ ਦਾ ਬਹੁਤ ਵਧੀਆ ਸਿਸਟਮ ਸੀਗਾ। 3 ਮੰਜ਼ਲੀ 3 ਸਟੋਰੀ ਬਿਲਡਿੰਗਾਂ ਹੁੰਦੀ ਸੀ। ਅਗਰ ਤੁਸੀਂ ਬਿਲਕੁਲ ਆਂਗਨ ਤੋਂ ਐਂਟਰ ਕਰ ਰਹੇ ਹੋ ਤਾਂ ਚਾਰੇ ਪਾਸੇ ਕੀ ਹੁੰਦਾ ਸੀ, ਇਹਦੇ ਲੈਫਟ ਸਾਈਡ ਤੁਹਾਡੀ ਪੌੜੀਆਂ ਹੁੰਦੀਆਂ ਸੀ। 3 ਮੰਜ਼ਲੀ ਘਰ ਹੋਇਆ ਕਰਦੇ ਸੀਗੇ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਬਰਾਂਡੇ ਸੀਗੇ, ਤੇ ਇਹ ਸਾਰਾ ਇਹਨਾਂ ਦਾ ਵੈਲ ਡਿਫਾਈਨਡ ਇਹ ਗ੍ਰੇਟ ਬਾਥ ਸੀਗਾ, ਇਹ ਤੁਸੀਂ ਵੇਖ ਸਕਦੇ ਹੋ। ਤੇ ਅੰਨ ਭੰਡਾਰ ਵੀ ਹੋਇਆ ਕਰਦਾ ਸੀ, ਗਲੀਆਂ 90 ਡਿਗਰੀ ਤੇ ਕ੍ਰੋਸ ਕਰਦੀਆਂ ਸੀ। ਇਹ ਸਾਰਾ ਕੁਝ ਇਹਦੇ ਵਿੱਚ ਬਹੁਤ ਵਧੀਆ ਇੱਕ ਵੈਲ ਡਿਫਾਈਨਡ ਸੰਸਥਾ ਸੀ ਸਾਡੇ ਦੇਸ਼ ਦੇ ਵਿੱਚ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਹੋਰ ਵੀ ਚੀਜ਼ਾਂ ਵੇਖ ਲੈਂਦੇ ਹਾਂ। ਕਾਲੀਬੰਗਾ ਦਾ ਇੱਕ ਹੜੱਪਾ ਦਾ ਇੱਕ ਐਸਾ ਜਿਹੜਾ ਸ਼ਹਿਰ ਸੀਗਾ, ਜਿਹੜਾ ਕਿ ਨਿਚਲਾ ਸ਼ਹਿਰ ਕੀ ਸੀਗਾ, ਕਿਲੇ ਨਾਲ ਘਿਰਿਆ ਹੁੰਦਾ ਸੀ। ਹੁਣ ਤੁਹਾਨੂੰ ਇੱਕ ਥੋੜ੍ਹਾ ਜਿਹਾ ਗੱਲ ਦੱਸ ਦਵਾਂ, ਇੱਕ ਪੂਰਬੀ ਟਿੱਲਾ, ਇੱਕ ਪੱਛਮੀ ਟਿੱਲਾ। ਇਹ ਪੱਛਮੀ ਸੀਗਾ, ਇਹ ਪੂਰਬੀ ਸੀਗਾ। ਹੁਣ ਕਈ ਵਾਰੀ ਕੀ ਹੁੰਦਾ ਸੀ, ਜਿਹੜੀ 4 ਦੀਵਾਰੀ ਟੈਰਾਕੋਟਾ ਦੀ ਦੀਵਾਰ ਹੁੰਦੀ ਸੀ, ਉਹ ਪੱਛਮੀ ਟਿੱਲੇ ਨੂੰ ਘੇਰ ਕੇ ਰੱਖਦੀ ਸੀ, ਤੇ ਇਹ ਟਿੱਲਾ ਉੱਚਾ ਵੀ ਹੋਇਆ ਕਰਦਾ ਸੀ। ਬਟ ਇਹ ਇੱਕ ਜਿਹੜਾ ਕਾਲੀਬੰਗਾ ਜਿਹੜਾ ਸ਼ਹਿਰ ਹੈ ਨਾ ਜੀ, ਇਹਦੇ ਵਿੱਚ ਕੀ ਸੀਗਾ, ਇੱਕ 4 ਦੀਵਾਰੀ ਤੁਹਾਨੂੰ ਇੱਕ ਮਾਤਰ ਸ਼ਹਿਰ ਸੀਗਾ ਜਿਹਦੇ 4 ਦੀਵਾਰੀ ਤੁਹਾਨੂੰ ਮਿਲੇਗੀ, ਜਿਹੜੀ ਕਾਮਨ ਮੈਨ ਨੂੰ ਵੀ ਘੇਰਿਆ ਹੋਇਆ ਸੀਗਾ। ਠੀਕ ਹੈ ਜੀ, ਇਹ ਕਾਲੀਬੰਗਾ ਪਲੇਸ ਹੈ ਕਿੱਥੇ, ਇਹ ਰਾਜਸਥਾਨ ਦੇ ਵਿੱਚ ਹੈਗਾ ਇਸ ਟਾਈਮ ਦੇ ਉੱਪਰ। ਤਾਂ ਪਹਿਲਾਂ ਹੁਣ ਇਹ ਹਨੂੰਮਾਨਗੜ੍ਹ ਡਿਸਟ੍ਰਿਕਟ ਦੇ ਵਿੱਚ ਸੀਗਾ, ਪਰ ਪਹਿਲਾਂ ਇਹ ਗੰਗਾਨਗਰ ਡਿਸਟ੍ਰਿਕਟ ਦੇ ਵਿੱਚ ਹੋਇਆ ਕਰਦਾ ਸੀਗਾ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਜਿਹੜੀ ਪਰਦਾ ਪ੍ਰਥਾ ਅਤੇ ਵੇਸ਼ਿਆਵ੍ਰਿਤੀ, ਇਹ ਦੋਨੇ ਜਿਹੜੀ ਪ੍ਰਥਾਵਾਂ ਸੀਗੀਆਂ, ਇਹ ਬਹੁਤ ਪ੍ਰਚਲਿਤ ਸੀਗੀਆਂ, ਤੇ ਇਹ ਹੜੱਪਾ ਸਭਿਅਤਾ ਦੇ ਵਿੱਚ ਹੁੰਦੀਆਂ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਸ਼ਵਾਂ ਨੂੰ ਦਫਨਾਉਣਾ ਤੇ ਜਿਹੜੇ ਗਾਡਨੇ ਵਾਲਾ ਜਿਹੜਾ ਕੰਮ ਹੁੰਦੇ ਸੀ। ਇੱਕ ਤਾਂ ਸ਼ਵ ਨੂੰ ਦਫਨਾਇਆ ਜਾਂਦਾ ਸੀ, ਇੱਕ ਮਿੱਟੀ ਦੇ ਵਿੱਚ ਇੱਕ ਦਾ ਸੰਸਕਾਰ ਹੁੰਦਾ ਸੀ, ਇੱਕ ਮਿੱਟੀ 'ਚ ਦਬਾਇਆ ਜਾਂਦਾ ਸੀਗਾ। ਠੀਕ ਹੈ ਜੀ, ਤੇ ਹੜੱਪਾ ਜਿਹੜਾ ਸ਼ਹਿਰ ਸੀ, ਇੱਥੇ ਦੇ ਲੋਕ ਦਫਨਾਉਂਦੇ ਸੀ ਸ਼ਵਾਂ ਨੂੰ ਮਿੱਟੀ ਦੇ ਵਿੱਚ। ਤੇ ਮੋਹਨਜਦਾਰੋ ਜਿਹੜਾ ਸ਼ਹਿਰ ਸੀ, ਕਿਉਂਕਿ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਇੱਥੇ ਸੀ, ਤੇ ਇੱਥੇ ਸ਼ਵਾਂ ਨੂੰ ਜਲਾਇਆ ਜਾਂਦਾ ਸੀਗਾ। ਤੇ ਲੋਥਲ ਤੇ ਕਾਲੀਬੰਗਾ ਦੇ ਵਿੱਚ ਤੁਹਾਨੂੰ ਨਾ ਇੱਕ ਯੁਗਮ ਸਮਾਧੀਆਂ ਮਿਲੀਆਂ ਨੇ, ਜੁੜਵਾਂ ਸਮਾਧੀਆਂ। ਇਹਦੇ ਵਿੱਚ ਕੀ ਹੈ ਜੀ, ਜਿਵੇਂ ਕਿਸੇ ਮੈਨ ਤੇ ਵੂਮੈਨ ਨੂੰ ਇਕੱਠਾ ਦਫਨਾਇਆ ਗਿਆ, ਜਾਂ ਜਾਨਵਰ ਨੂੰ ਉਹਦੇ ਨਾਲ ਇਕੱਠਾ ਦਫਨਾਤਾ ਹੈ। ਇਸ ਤਰ੍ਹਾਂ ਦੀ ਨਾ 7 ਸਮਾਧੀਆਂ ਮਿਲੀਆਂ ਨੇ। ਇਹ ਯੁਗਮ ਸਮਾਧੀਆਂ ਹੁੰਦੀਆਂ ਜਿਹੜੀਆਂ ਇਕੱਠੀਆਂ 2 ਲੋਕਾਂ ਨੂੰ ਦਫਨਾਇਆ ਜਾਂਦਾ ਸੀਗਾ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਜਿਹੜੀ ਸਿੰਧ ਸਭਿਅਤਾ ਦਾ ਇਹਨਾਂ ਦਾ ਮੁੱਖ ਵਿਨਾਸ਼ ਤੁਹਾਨੂੰ ਪਤਾ ਜੀ, ਇਹ ਬਾੜ ਹੀ ਮੰਨੀ ਗਈ। ਕਿਸੇ ਇੰਡਸ ਨਦੀ ਘਾਟੀ ਦੇ ਵਿੱਚ ਬਾੜ ਆਈ ਸੀ ਨਦੀ ਦੇ ਵਿੱਚ, ਤੇ ਤੁਸੀਂ ਆਪਣੇ ਵੇਖਿਆ ਹੋਣਾ ਕਿ ਸਾਡੇ ਰਿਤਿਕ ਰੋਸ਼ਨ ਜੀ ਆਖਿਰ ਦੇ ਵਿੱਚ ਸਾਰਿਆਂ ਨੂੰ ਬਚਾ ਵੀ ਲੈਂਦੇ ਨੇ। ਤੇ ਮੋਹਨਜਦਾਰੋ ਮੂਵੀ ਦੇਖੋਗੇ ਤੁਹਾਨੂੰ ਪਤਾ ਲੱਗ ਹੀ ਜਾਏਗਾ ਵੀ ਉਹਨਾਂ ਦਾ ਕੀ ਰੀਜ਼ਨ ਸੀ, ਸੋਨਾ ਕੱਢਣਾ ਚਾਹੁੰਦੇ ਸੀ ਕੋਈ, ਇਹ ਸਿਸਟਮ ਸਾਰਾ ਇਹ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਮੂਵੀ ਨੂੰ ਜ਼ਰੂਰ ਵੇਖੋ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਜਿਹੜੀ ਟਾਈਲਾਂ, ਇੱਕ ਪੱਕੀ ਇੱਟਾਂ ਦਾ ਯੂਜ਼ ਕਰਦੇ ਸੀ। ਇਹ ਇੱਟਾਂ ਕਾਹਦੀਆਂ ਬਣੀਆਂ, ਇਹਨਾਂ ਨੂੰ ਇੱਟਾਂ ਨੂੰ ਬੋਲਦੇ ਸੀ ਆਪਾਂ ਟੈਰਾਕੋਟਾ। ਇਹ ਕੀ ਸੀ, ਅੱਗ ਤੋਂ ਪੱਕੀ ਹੋਈ ਇੱਟਾਂ ਜਿਹੜੀਆਂ ਅੱਜ ਆਪਾਂ ਯੂਜ਼ ਕਰਦੇ ਹਾਂ ਨਾ, ਇਹਨਾਂ ਨੂੰ ਉਸ ਟਾਈਮ ਦੇ ਉੱਪਰ ਟੈਰਾਕੋਟਾ ਬੋਲਿਆ ਜਾਂਦਾ ਸੀਗਾ। ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਨੂੰ ਹੋਰ ਇੰਪੋਰਟੈਂਟ ਜਿਹੜੇ ਇੱਥੇ ਕੁਐਸਚਨ ਬਣਨੇ ਨੇ, ਉਹ ਕੁਐਸਚਨ ਕਿਹੜੇ ਬਣਨੇ ਨੇ ਕਿ ਇਹ ਜਿਹੜੇ ਜਿੰਨੇ ਵੀ ਸ਼ਹਿਰ ਆਪਾਂ ਪੜ੍ਹ ਰਹੇ ਹਾਂ, ਇੱਕ ਤਾਂ ਸ਼ਹਿਰ ਦੀ ਜਿਹੜੇ ਮੇਨ ਪਰਸਨ ਕਿਹਨੇ ਇਹਦੀ ਖੁਦਾਈ ਕੀਤੀ, ਉਸ ਤੋਂ ਬਾਅਦ ਇਹ ਨਦੀ ਕਿਹੜੀ ਦੇ ਉੱਪਰ ਵਸਿਆ, ਤੇ ਅੱਜ ਇਹਦੀ ਵਰਤਮਾਨ ਸਥਿਤੀ ਕਿੱਥੇ ਹੈ। ਇਹ ਸਾਰਾ ਤੁਹਾਨੂੰ ਮੇਨ ਯਾਦ ਰੱਖਣਾ ਹੈ। ਹੜੱਪਾ ਸ਼ਹਿਰ, ਸਭ ਤੋਂ ਪਹਿਲੀ ਖੁਦਾਈ ਜਿਹੜੀ ਹੜੱਪਾ ਸ਼ਹਿਰ ਦੀ ਹੋਈ ਸੀ, ਇਹਦੇ ਨਾਮ ਦੇ ਉੱਪਰ ਹੜੱਪਾ ਸ਼ਹਿਰ ਵਸਿਆ। ਇਹ ਰਾਵੀ ਨਦੀ ਦੇ ਉੱਪਰ ਸੀਗਾ, ਤੇ ਦਯਾਰਾਮ ਸਾਹਨੀ ਨੇ 1921 ਦੇ ਵਿੱਚ ਪਾਕਿਸਤਾਨ ਦੇ ਮੰਟਗੋਮਰੀ ਜ਼ਿਲ੍ਹੇ ਦੇ ਵਿੱਚ ਇਹਦੀ ਖੁਦਾਈ ਕੀਤੀ ਸੀ। ਇਹ ਤੁਸੀਂ ਯਾਦ ਰੱਖਣਾ ਹੈ, ਸਭ ਤੋਂ ਪਹਿਲਾ ਸ਼ਹਿਰ ਇਹੀ ਸੀਗਾ। ਉਸ ਤੋਂ ਬਾਅਦ ਮੋਹਨਜਦਾਰੋ ਸ਼ਹਿਰ ਆਇਆ, ਇਹ ਸਿੰਧੂ ਨਦੀ ਦੇ ਉੱਪਰ ਸੀਗਾ, ਤੇ ਇਹਨੂੰ ਰਾਖਲ ਦਾਸ ਬਨਰਜੀ ਨੇ 1922 ਦੇ ਵਿੱਚ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲਰਕਾਣਾ ਜ਼ਿਲ੍ਹੇ ਦੇ ਵਿੱਚ ਇੱਥੋਂ ਖੋਜ ਕੀਤੀ ਸੀ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਚਹੁੰਦੜੋ ਇੱਕ ਸ਼ਹਿਰ ਸੀਗਾ, ਜਿੱਥੇ ਤੁਹਾਨੂੰ ਮੈਂ ਦੱਸਿਆ ਸੀ ਕੁੱਤੇ ਦੇ ਮਗਰ, ਜਿਹੜੀ ਬਿੱਲੀ ਦੇ ਮਗਰ ਕੁੱਤਾ ਇੱਕ ਭੱਜਦਾ ਦਿਖਾਇਆ ਗਿਆ, ਉਸ ਦੇ ਵਿੱਚ ਤੇ ਸ਼ਿੰਗਾਰ ਦਾ ਜਿਹੜਾ ਸਮਾਨ ਸਾਨੂੰ ਚਹੁੰਦੜੋ ਦੇ ਵਿੱਚੋਂ ਮਿਲਿਆ। ਇਹ ਵੀ ਸਿੰਧੂ ਨਦੀ ਦੇ ਉੱਪਰ ਸੀਗਾ, ਤੇ ਇਹਨੂੰ ਗੋਪਾਲ ਮਜੂਮਦਾਰ ਨੇ ਇਹਦੀ ਖੋਜ ਕੀਤੀ ਸੀ 1931 ਦੇ ਵਿੱਚ, ਤੇ ਸਿੰਧ ਪ੍ਰਾਂਤ ਦੇ ਪਾਕਿਸਤਾਨ ਦੇ ਵਿੱਚ ਹੈਗਾ ਜੀ। ਠੀਕ ਹੈ ਜੀ, ਪਾਕਿਸਤਾਨ ਦੇ ਵਿੱਚ 5 ਪ੍ਰਾਂਤ ਨੇ, 5ਵਾਂ ਪ੍ਰਾਂਤ ਜੰਮੂ ਕਸ਼ਮੀਰ ਵਾਲੇ POK ਏਰੀਆ ਨੂੰ ਮੰਨਦੇ, ਉੱਦਾਂ ਅਦਰਵਾਈਜ਼ ਉਹਨਾਂ ਦੇ 4 ਪ੍ਰਾਂਤ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਯਾਦ ਰੱਖਿਆ ਜੇ, ਸਾਡੇ ਜਿਵੇਂ ਇੱਥੇ ਸਟੇਟਾਂ ਨੇ, ਉੱਥੇ ਪ੍ਰੋਵਿੰਸ ਹੁੰਦੇ ਨੇ, ਪ੍ਰਾਂਤ। ਠੀਕ ਹੈ ਜੀ, ਉਸ ਤੋਂ ਬਾਅਦ ਕਾਲੀਬੰਗਾ ਜੀ, ਘੱਗਰ ਨਦੀ ਯਾਦ ਰੱਖਿਆ ਜੀ, ਸਰਸਵਤੀ ਦਾ ਇੱਕ ਰੂਪ ਹੈ ਘੱਗਰ ਨਦੀ, ਜਿਹਦੇ ਉੱਪਰ ਕੀ ਹੈ ਜੀ, ਇਹ BB ਲਾਲ ਥਾਪਰ ਜਾਂ BK ਥਾਪਰ ਨਾਮਕ ਇੱਕ ਜਿਹੜੇ ਆਰਕੀਓਲੋਜਿਸਟ ਸੀਗੇ, ਉਹਨਾਂ ਨੇ ਇਹ 1953 ਦੇ ਵਿੱਚ ਇਹਦੀ ਖੁਦਾਈ ਕੀਤੀ ਸੀ, ਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਹੈਗਾ ਇਸ ਟਾਈਮ ਦੇ ਉੱਪਰ। ਆਈ ਹੋਪ ਕਿ ਤੁਹਾਨੂੰ ਸਾਰਾ ਸਮਝ ਆ ਰਿਹਾ ਹੋਵੇਗਾ। ਉਸ ਤੋਂ ਆਪਾਂ ਗੱਲ ਕਰਦੇ ਹਾਂ ਜੀ, ਚਹੁੰਦੜੋ ਤੋਂ ਮੈਂ ਤੁਹਾਨੂੰ ਸਮਝਾ ਹੀ ਦਿੱਤਾ ਹੈ, ਤੇ ਉਸ ਤੋਂ ਬਾਅਦ ਕਾਲੀਬੰਗਾ ਵੀ ਹੋ ਗਿਆ। ਕੋਟ ਦਿਜੀ ਕੀ ਹੈ ਜੀ, ਇਹ ਵੀ ਇੱਕ ਸ਼ਹਿਰ ਸੀਗਾ, ਤੇ ਇਹ ਫਜ਼ਲ ਅਹਿਮਦ ਨੇ ਸਿੰਧੂ ਨਦੀ ਦੇ ਉੱਪਰ ਇਹਦੀ ਖੋਜ ਕੀਤੀ ਸੀ, ਤੇ ਸਿੰਧ ਜਿਹੜਾ ਪ੍ਰਾਂਤ ਸੀਗਾ, ਇਹਦਾ ਇੱਕ
ਪਲੇਸ ਹੈਗਾ ਖੈਰਪੁਰ ਨਾਮਕ ਇੱਕ ਪਲੇਸ ਸੀਗਾ ਉਹਦੇ ਉੱਪਰ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਆਂਦਾ ਜੀ ਰੰਗਪੁਰ, ਇੱਕ ਸੀਗਾ ਮਾਂਦਰ ਨਦੀ ਦੇ ਉੱਪਰ। ਮਾਂਦਰ ਨਦੀ ਕਿੱਥੇ ਹੈ ਜੀ? ਇਹ ਗੁਜਰਾਤ ਜਿਹੜਾ ਅੱਜ ਆਪਣਾ ਹੈਗਾ ਗੁਜਰਾਤ ਏਰੀਆ, ਉਹਦੇ ਵਿੱਚ ਇੱਕ ਮਾਂਦਰ ਨਦੀ ਹੈ। ਉਹਦੇ ਰੰਗਨਾਥ ਰਾਵਦੀ ਦੇ ਦੁਆਰਾ ਇਸ ਨੂੰ ਖੋਜਿਆ ਗਿਆ ਸੀਗਾ। ਇਹ ਤੁਸੀਂ ਯਾਦ ਰੱਖਣਾ ਗੁਜਰਾਤ ਦੇ ਵਿੱਚ ਕਾਠੀਆਵਾੜ ਜ਼ਿਲ੍ਹਾ, ਜਿਹੜਾ ਤੁਸੀਂ ਜਿਹਦੇ ਵਿੱਚ ਤੁਸੀਂ ਦੇਖਿਆ ਹੋਏਗਾ 2 ਗਲਫ ਪੜੀਆਂ ਹੋਣਗੀਆਂ, ਇਹ ਰਨ ਆਫ ਕੱਛ ਤੇ ਇਹ 2 ਬੰਗਾਲ ਦੀ ਖਾੜੀ ਨਹੀਂ, ਰਨ ਆਫ ਕੱਛ ਤੇ ਇੱਕ ਖੰਬਾਤ ਦੀ ਖਾੜੀ ਦੇ ਬਾਰੇ ਸੁਣਿਆ ਹੋਏਗਾ। ਉੱਥੇ ਉਸ ਵਾਲੇ ਏਰੀਆ ਨੂੰ ਆਪਾਂ ਬੋਲਦੇ ਹਾਂ ਜੀ ਕਾਠੀਆਵਾੜ ਜ਼ਿਲ੍ਹਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੋਪੜ। ਰੋਪੜ ਤੁਹਾਨੂੰ ਪਤਾ ਹੈ ਜੀ, ਪੰਜਾਬ ਦੇ ਐਗਜ਼ਾਮ ਦੇ ਰਹੇ ਹੋ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਪੁੱਛਿਆ ਜਾਏਗਾ ਮੇਨ ਨਦੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਸਾਡੀ ਸਤਲੁਜ ਦਰਿਆ ਸੀਗਾ। ਇਹਦੇ ਉੱਪਰ ਜਗਦੱਤ ਸ਼ਰਮਾ ਨੇ ਇਹਦੀ ਖੋਜ ਕੀਤੀ ਸੀ 1953 ਦੇ ਵਿੱਚ, 56 ਤੋਂ ਲੈ ਕੇ, ਤੇ ਪੰਜਾਬ ਦੇ ਰੋਪੜ ਜ਼ਿਲ੍ਹਾ ਜਿਹਨੂੰ ਅੱਜ ਰੂਪਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਉਸ ਦੇ ਵਿੱਚ ਇਸ ਦੀ ਖੋਜ ਹੋਈ ਸੀ, ਠੀਕ ਹੈ ਜੀ। ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੋਥਲ ਦੀ। ਲੋਥਲ ਸੀਗੀ ਜੀ ਭੋਗਵਾ ਨਦੀ ਦੇ ਉੱਪਰ। ਹੁਣ ਭੋਗਵਾ ਨਦੀ ਕਿਹਦੀ ਸਹਾਇਕ ਨਦੀ ਹੈ? ਇਹ ਸੀਗੀ ਸਰਸਵਤੀ ਦੀ ਸਹਾਇਕ ਨਦੀ, ਇਹ ਯਾਦ ਰੱਖਣਾ। ਤੇ ਰੰਗਨਾਥ ਰਾਵ ਜਿਹੜਾ ਪਰਸਨ ਸੀਗਾ, ਇਹਨੇ ਇਹਦੀ ਖੋਜ ਕੀਤੀ ਸੀ ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਵਿੱਚ ਇਹਦਾ ਨਾਮ ਹੁਣ ਪੈਂਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਲਮਗੀਰਪੁਰ। ਮੈਂ ਤੁਹਾਨੂੰ ਦੱਸਿਆ ਸੀ ਸਭ ਤੋਂ ਪੂਰਬੀ ਪੁਆਇੰਟ ਹੈ। ਇਸ ਤੋਂ ਬਾਅਦ ਸਾਨੂੰ ਕੁਝ ਵੀ ਨਹੀਂ ਮਿਲਿਆ ਇਸ ਤੋਂ ਬਾਅਦ ਹੜੱਪਾ ਦਾ। ਇਹ ਹਿੰਡਨ ਨਦੀ ਦੇ ਉੱਪਰ ਸੀਗਾ ਜੀ, ਇਹ ਤੁਸੀਂ ਯਾਦ ਰੱਖਣਾ। ਜਗਦੱਤ ਸ਼ਰਮਾ ਨੇ 1958 ਦੇ ਵਿੱਚ ਉੱਤਰ ਪ੍ਰਦੇਸ਼ ਦੇ ਮੈਰਠ ਜ਼ਿਲ੍ਹਾ ਜਿਹੜਾ ਹੈਗਾ ਉੱਥੇ ਵਿੱਚ ਇਹਦਾ ਸ਼ਹਿਰ ਦਾ ਨਾਮ ਪੈਂਦਾ, ਇਹ ਸਾਈਟ ਮਿਲੀ ਹੈ ਸਾਨੂੰ। ਉਸ ਤੋਂ ਬਾਅਦ ਸੁਤਕਾਗੇ ਡੋਰ, ਤੁਹਾਨੂੰ ਮੈਂ ਦੱਸਿਆ ਸੀ ਵੈਸਟਰਨ ਦਾ ਸਭ ਤੋਂ ਲਾਸਟ ਪੁਆਇੰਟ ਜਿਹੜਾ ਪਾਕਿਸਤਾਨ ਦੇ ਵਿੱਚ ਮਿਲਦਾ ਹੜੱਪਾ ਦਾ, ਉਹ ਕਿਹੜਾ ਸੀ? ਸੁਤਕਾਗੇ ਡੋਰ। ਇਹ ਦਾਸ਼ਕ ਨਦੀ ਦੇ ਉੱਪਰ ਹੈਗਾ ਸੀਗਾ ਤੇ ਔਰੇਂਜ ਸਟਾਈਲ ਨਾਮਕ ਇੱਕ ਜੇਡਜ਼ ਡੇਲਸ ਨਾਮਕ ਦੇ ਪਰਸਨ ਨੇ ਇਹਦੀ ਖੋਜ ਕੀਤੀ ਸੀ 1927 ਤੋਂ ਲੈ ਕੇ 62 ਦੇ ਵਿੱਚ। ਤੇ ਪਾਕਿਸਤਾਨ ਦੇ ਮਕਰਾਨ ਨਾਮਕ ਸਮੁੰਦਰ ਦੇ ਤੱਟ ਦੇ ਕੋਲ ਬਿਲਕੁਲ ਕਰਾਚੀ ਦੇ ਨੇੜੇ ਇਹ ਸ਼ਹਿਰ ਤੁਹਾਨੂੰ ਮਿਲੇਗਾ, ਠੀਕ ਹੈ ਜੀ। ਉਸ ਤੋਂ ਬਾਅਦ ਬਨਮਾਲੀ, ਇਹ ਕੀ ਹੈ ਜੀ? ਰੰਗੋਈ ਇੱਕ ਨਦੀ ਹੈ, ਇੱਕ ਛੋਟੀ ਜਿਹੀ ਦਰਿਆ ਹੈ ਜਿਹਨੂੰ ਆਪਾਂ ਧਾਰਾ ਜੀ ਬੋਲਦੇ ਹਾਂ। ਤੇ ਰਵਿੰਦਰ ਸਿੰਘ ਵਸਿਸ਼ਟ ਤੇ 1974 ਦੇ ਵਿੱਚ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਮਿਲੇਗਾ ਇਹ। ਤੇ ਇਸ ਦੇ ਵਿੱਚ ਤੁਸੀਂ ਬਨਾਵਲੀ ਤੋਂ ਯਾਦ ਰੱਖਣਾ ਹੈ, ਇੱਥੇ ਸਾਨੂੰ ਨਾ ਲੇਟੈਸਟ ਮੁਕਟ ਮਿਲਿਆ, ਮੁਕਟ, ਠੀਕ। ਇਹ ਤੁਸੀਂ ਯਾਦ ਰੱਖਣਾ ਹੈ ਕੁਨਾਲ ਤੋਂ, ਠੀਕ ਹੈ ਜੀ। ਕੁਨਾਲ ਇੱਕ ਸਾਈਡ ਸੀ, ਬਨਾਵਲੀ ਤੇ ਕੁਨਾਲ, ਇਹ ਦੋਨਾਂ ਤੋਂ ਸਾਨੂੰ ਮੁਕਟ ਮਿਲਿਆ ਇੱਕ, ਯਾਦ ਰੱਖਣਾ ਹੈ, ਠੀਕ ਹੈ ਜੀ। ਧੋਲਾਵੀਰਾ ਜੀ ਇੰਡੀਆ ਦੇ ਵਿੱਚ ਕਹਿੰਦੇ ਨਹੀਂ ਇਹ ਸਾਈਟ ਐਸੀ ਸੀ ਜਿਹਦੇ 'ਚ ਸਟੇਡੀਅਮ ਮਿਲਿਆ ਸਾਨੂੰ, ਠੀਕ ਹੈ ਜੀ। ਤੇ ਸਟੇਡੀਅਮ ਕਿਹਦੇ ਵਿੱਚ ਮਿਲਿਆ? ਧੋਲਾਵੀਰਾ ਸਾਈਟ ਹੈਗੀ ਹੈ, ਇਹ ਤੁਸੀਂ ਯਾਦ ਰੱਖਣਾ। ਸਭ ਤੋਂ ਵੱਡਾ ਸ਼ਹਿਰ ਕਿਹੜਾ ਸੀ? ਇਹ ਤੁਸੀਂ ਯਾਦ ਰੱਖਣਾ ਧੱਗਨਵਾਰੀ ਵਾਲਾ ਜਿਹੜਾ ਸਿਟੀ ਹੈ, ਇਹ ਹੜੱਪਾ ਦੀ ਸਭ ਤੋਂ ਵੱਡੀ ਸਿਟੀ ਹੈ, ਠੀਕ ਹੈ ਜੀ। ਵੱਡੀ ਸਿਟੀ ਮਤਲਬ ਤੁਸੀਂ ਏਰੀਆ ਵਾਈਜ਼ ਜਿਹਦੇ ਡਿਵੈਲਪ ਨਹੀਂ ਸੀ ਪਰ ਵੱਡੀ ਸੀ। ਡਿਵੈਲਪ ਦੇ ਅਕੋਰਡਿੰਗ ਦੇਖੋਗੇ ਫਿਰ ਮੋਹਨਜੋਦਾਰੋ ਸੀਗੀ। ਤੇ ਧੋਲਾਵੀਰਾ ਜਿਹੜੀ ਸਾਈਟ ਹੈ ਇਹ ਰਵਿੰਦਰ ਸਿੰਘ ਵਸਿਸ਼ਟ ਨੇ 1990 ਤੇ 91 ਦੇ ਵਿੱਚ ਇਹਦੀ ਖੋਜ ਕੀਤੀ ਸੀ। ਤੇ ਗੁਜਰਾਤ ਦੇ ਕੱਛ ਨਾਮਕ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਧੋਲਾਵੀਰਾ ਸਿਸਟਮ ਮਿਲੇਗਾ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਪਣਾ ਨੈਕਸਟ ਲੈਕਚਰ ਬਣੇਗਾ ਜੀ ਚਾਰੇ ਸਭਿਤਾਵਾਂ ਤੁਹਾਨੂੰ ਪੜਾਉਂਗਾ, ਮੈਸੋਪੋਟਾਮੀਆ, ਇਜਿਪਸ਼ੀਅਨ ਤੇ ਸਿਵਲਾਈਜੇਸ਼ਨ ਜਿਹੜੀ ਚਾਈਨੀਜ਼ ਸਿਵਲਾਈਜੇਸ਼ਨ, ਇਹਦੇ ਬਾਰੇ ਫਿਰ ਨੈਕਸਟ ਵੀਡੀਓ ਆਏਗੀ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਜੀ। ਅਗਰ ਕੋਈ ਕਮੀ ਹੋਵੇ ਤਾਂ ਤੁਸੀਂ ਸਾਨੂੰ ਇੰਪਰੂਵਮੈਂਟ ਬਾਕਸ ਜਿਹੜਾ ਕਮੈਂਟ ਬਾਕਸ ਹੈ ਉਹਦੇ ਵਿੱਚ ਦੱਸੋ ਵੀ ਕੀ ਇੰਪਰੂਵਮੈਂਟ ਚਾਹੀਦੀ ਹੈ ਹੋਰ। ਤੇ ਥੈਂਕ ਯੂ ਫॉर ਵਾਚਿੰਗ। ਪਲੀਜ਼ ਗਰੁੱਪ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਣਾ, ਠੀਕ ਹੈ ਜੀ। ਥੈਂਕ ਯੂ।